ਪੰਜਾਬ ਦੇ ਜਿਹੜੇ ਪੱਤਰਕਾਰ ਆ ਬੰਗਾਲ ਦੇ ਵਿੱਚ ਜਾ ਕੇ ਪੱਤਰਕਾਰੀ ਕਰਨਗੇ ਤੇ ਕਿਹੜੇ ਖਾਸ ਮੁੱਦਿਆਂ ਨੂੰ ਤੁਸੀਂ ਜਾ ਕੇ ਜਿਹੜੇ ਆ ਉਹਦੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋਗੇ। ਸੰਯੁਕਤ ਕਿਸਾਨ ਮੋਰਚੇ ਨੇ ਆਵਾਜ਼ ਦਿੱਤੀ ਹੈ ਕਿ ਅਸੀਂ ਬੰਗਾਲ ਜਾ ਕੇ ਭਾਜਪਾ ਦਾ ਵਿਰੋਧ ਕਰਾਂਗੇ। ਪੰਜਾਬ ਦਾ ਕਿਸਾਨ ਉੱਥੇ ਜਾ ਰਿਹਾ ਤਾਂ ਪੰਜਾਬ ਦੀ ਪੱਤਰਕਾਰੀ ਨੂੰ ਵੀ ਜਾਣਾ ਪੈਣਾ ਹੈ। ਕੱਲ ਤੁਸੀਂ ਦੇਖਿਆ ਰਮਨ ਕਿ ਮਮਤਾ ਬੈਨਰਜੀ ਦਾ ਜਿਹੜਾ ਉਹਨਾਂ ਤੇ ਹਮਲਾ ਹੁੰਦਾ ਹੈ, ਜੇ ਉਹ ਮੰਦਿਰ ਦੇ ਵਿੱਚ ਜਾਂਦੀ ਹੈ ਤਾਂ 2011 ਤੋਂ ਬਾਅਦ ਉਹ ਕਦੇ ਨਹੀਂ ਮੰਦਿਰ ਗਏ ਸੀ ਤਾਂ ਹੁਣ ਉਹ ਮੰਦਿਰ ਕਿਉਂ ਜਾ ਰਹੇ ਹੈ। ਕਹਿੰਦੇ ਆ ਕਿ ਮੈਨੂੰ ਨਾ ਸਿਖਾਓ ਕਿ ਹਿੰਦੂ ਧਰਮ ਕੀ ਹੁੰਦਾ ਹੈ, ਮੈਂ ਵੀ ਬ੍ਰਾਹਮਣ ਦੀ ਧੀ ਹਾਂ। ਹੀ ਕਹ ਲਈਏ ਕਿ ਮੋਦੀ ਸਾਹਿਬ ਦੇ ਨਾਮ ਦੇ ਉੱਤੇ ਹਰ ਇੱਕ ਚੀਜ਼ ਹੋ ਰਹੀ ਆ ਤੇ ਨਾਲ ਦੀ ਨਾਲ ਉਹਨਾਂ ਨੇ ਵੀ ਕਿਹਾ ਕਿ ਕੱਲ ਦਾ ਹਮਲਾ ਜਿਹੜਾ ਇੱਕ ਸਾਜ਼ਿਸ਼ ਹੋ ਸਕਦੀ ਹੈ। ਦੇਖੋ ਰਮਨ, ਇਸ ਚੀਜ਼ ਨੂੰ ਪਹਿਲਾਂ ਇਹ ਦੇਖਣਾ ਪਊਗਾ ਕਿ ਮਮਤਾ ਬੈਨਰਜੀ ਦੀ ਸਪੋਰਟ ਚ ਸੰਯੁਕਤ ਕਿਸਾਨ ਮੋਰਚਾ ਹੈ ਕਿ ਨਹੀਂ ਹੈ। ਹੁਣ ਸਿਰਫ ਇਹ ਕਿਹਾ ਜਾ ਰਿਹਾ ਹੈ ਕਿ ਡੂ ਨਾਟ ਵੋਟ ਫॉर ਮੋਦੀ, ਕਿ ਮੋਦੀ ਨੂੰ ਵੋਟ ਨਾ ਕਰੋ, ਵੋਟ ਨਾ ਕਰੋ। ਤਾਂ ਜਿੱਥੇ ਸੰਯੁਕਤ ਕਿਸਾਨ ਮੋਰਚਾ ਪਲਾਨ ਕਰੂਗਾ ਉਹ ਪੱਕੇ ਤੌਰ ਤੇ ਪੱਕੇ ਪੈਰੀ ਹੱਥ ਪਾ ਕੇ ਹੀ ਪਲਾਨ ਕਰੂਗਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਔਨ 에ਅਰ ਤੇ ਮੈਂ ਹਾਂ ਰਮਨ ਤੂਰ। ਅੱਜ ਫਿਰ तमाम ਖਬਰਾਂ ਦੇ ਉੱਤੇ ਚਰਚਾ ਕਰਨ ਦੇ ਲਈ ਅਸੀਂ ਜੁੜ ਚੁੱਕੇ ਹਾਂ ਤੇ ਮੇਰੇ ਨਾਲ ਨੇ ਸਿਮਰਨਜੋਤ ਸਿੰਘ ਮੱਕੜ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਰਮਨ, ਬਹੁਤ ਧੰਨਵਾਦ। ਸਰ ਸ਼ੁਰੂਆਤ ਇੱਥੋਂ ਹੀ ਕਰ ਲੈਂਦੇ ਹਾਂ ਕਿਉਂਕਿ ਤੁਸੀਂ ਹੁਣ ਜਾ ਰਹੇ ਹੋ ਬੰਗਾਲ ਤੇ ਪੰਜਾਬੀ ਪੱਤਰਕਾਰੀ ਜਿਹਨੂੰ ਕਿਤੇ ਨਾ ਕਿਤੇ ਸੀਮਤ ਵੀ ਕਿਹਾ ਜਾਂਦਾ ਹੈ, ਕਿੰਨਾ ਅੱਜ ਵੱਡਾ ਮੌਕਾ ਹੈਗਾ ਕਿ ਪੰਜਾਬ ਦੇ ਜਿਹੜੇ ਪੱਤਰਕਾਰ ਆ ਬੰਗਾਲ ਦੇ ਵਿੱਚ ਜਾ ਕੇ ਪੱਤਰਕਾਰੀ ਕਰਨਗੇ ਤੇ ਕਿਹੜੇ ਖਾਸ ਮੁੱਦਿਆਂ ਨੂੰ ਤੁਸੀਂ ਜਾ ਕੇ ਜਿਹੜੇ ਆ ਉਹਦੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋਗੇ। ਦੇਖੋ ਰਮਨ, ਬਹੁਤ ਇੰਪੋਰਟੈਂਟ ਹੈ ਕਿ ਹੁਣ ਬੰਗਾਲ ਦੀਆਂ ਚੋਣਾਂ ਕੱਲੀਆਂ ਬੰਗਾਲ ਤੱਕ ਸੀਮਤ ਨਹੀਂ ਹੈ, ਕਿਉਂਕਿ ਪੰਜਾਬ ਦੇ ਕਿਸਾਨ ਨੇ ਸੰਯੁਕਤ ਕਿਸਾਨ ਮੋਰਚੇ ਨੇ ਆਵਾਜ਼ ਦਿੱਤੀ ਹੈ ਕਿ ਅਸੀਂ ਬੰਗਾਲ ਜਾ ਕੇ ਭਾਜਪਾ ਦਾ ਵਿਰੋਧ ਕਰਾਂਗੇ। ਉਹਨਾਂ ਨੇ ਇਹ ਨਹੀਂ ਕਿਹਾ ਕਿ ਅਸੀਂ ਕਿਸ ਪਾਰਟੀ ਦੀ ਹਮਾਇਤ ਕਰਾਂਗੇ, ਕਿਉਂਕਿ ਉੱਥੇ ਲੈਫਟ ਨੇ ਲੰਮਾ ਸਮਾਂ ਰਾਜ ਕੀਤਾ, 33-35 ਸਾਲ। ਫਿਰ ਮਮਤਾ ਬੈਨਰਜੀ ਦੀ ਲੰਮਾ ਸਮਾਂ ਸਰਕਾਰ ਰਹੀ ਹੈ। ਤੇ ਹੁਣ ਜਿਹੜਾ ਜੇ ਤੁਸੀਂ ਕੱਲ ਦੀਆਂ ਵੀ ਦੇਖੋ, ਮਨਜੀਤ ਸਿੰਘ ਰਾਏ ਹੁਣੇ ਪਹਿਲਾਂ ਉੱਥੇ ਪਹੁੰਚਦੇ ਹੈ, ਇੱਕ ਵੱਡੀ ਰੈਲੀ ਉੱਥੇ ਹੁੰਦੀ ਹੈ। ਅੱਜ ਬਲਬੀਰ ਸਿੰਘ ਰਾਜੇਵਾਲ ਹੋ ਗਏ ਜਾਂ ਹਰਮੀਤ ਸਿੰਘ ਕਾਦੀਆਂ ਜਾ ਰਹੇ ਹੈ। 12 ਤਰੀਕ ਦੀ ਵੱਡੀ ਕਾਲ ਹੈ, 13 ਤਰੀਕ ਦੀ ਫਿਰ ਮਹਾ ਪੰਚਾਇਤ ਉੱਥੇ ਹੋਣੀ ਹੈ। ਨੰਦੀਗ੍ਰਾਮ ਜਿੱਥੋਂ ਲੜ ਰਹੇ ਨੇ ਮਮਤਾ ਬੈਨਰਜੀ, ਉੱਥੇ ਜਾ ਕੇ, ਕਿਉਂਕਿ ਸ਼ੁਭੇਂਦੂ ਅਧਿਕਾਰੀ ਔਰ ਮਮਤਾ ਬੈਨਰਜੀ ਦੀ ਜਿਹੜੀ ਇਹ ਫਾਈਟ ਹੈ ਬਹੁਤ ਵੱਡੀ ਦੇਖੀ ਜਾ ਰਹੀ ਹੈ। ਪਰ ਇਸ ਦੇ ਮੱਦੇਨਜ਼ਰ ਬਹੁਤ ਇੰਪੋਰਟੈਂਟ ਹੈ ਕਿਉਂਕਿ ਪੰਜਾਬ ਦਾ ਕਿਸਾਨ ਉੱਥੇ ਜਾ ਰਿਹਾ ਤਾਂ ਪੰਜਾਬ ਦੀ ਪੱਤਰਕਾਰੀ ਨੂੰ ਵੀ ਜਾਣਾ ਪੈਣਾ ਹੈ। ਪੰਜਾਬ ਦੇ ਚੈਨਲਾਂ ਨੂੰ ਇਹ ਚੀਜ਼ ਫੋਲੋ ਕਰਨੀ ਪੈਣੀ ਹੈ ਔਰ ਸਾਨੂੰ ਇਹ ਦੇਖਣਾ ਪੈਣਾ ਹੈ ਕਿ ਬੰਗਾਲ ਦਾ ਮੂਡ ਕੀ ਹੈ। ਇਹ ਕਿਹਾ ਜਾ ਰਿਹਾ ਹੈ ਕਿ ਬੰਗਾਲ ਦਾ ਮੂਡ ਤੈਅ ਕਰੂਗਾ ਕਿ ਅੱਗੇ ਦੇਸ਼ ਦੇ ਹਾਲਾਤ ਕੈਸੇ ਹੋਣਗੇ। ਕੀ ਭਾਜਪਾ ਬੰਗਾਲ 'ਚ ਸਰਕਾਰ ਬਣਾ ਕੇ ਔਰ ਬੰਗਾਲ 'ਚ ਜਿੱਥੇ ਭਾਜਪਾ ਕਦੇ ਵੀ ਸਟਰੋਂਗ ਨਹੀਂ ਰਹੀ ਉੱਥੇ ਪਰਚਮ ਲਹਿਰਾਉਂਦੀ ਹੈ, ਜਾਂ ਫਿਰ ਮਮਤਾ ਬੈਨਰਜੀ ਦੁਬਾਰਾ ਮੁੜ ਤੋਂ ਸਰਕਾਰ ਬਣਾਉਂਦੇ ਨੇ। ਕਾਂਗਰਸ ਜਿਹੜੀ ਹਾਸ਼ੀਏ ਤੇ ਆਈ ਹੈ ਬੰਗਾਲ 'ਚ, ਕੀ ਉਹ ਕੁਝ ਕਰ ਪਾਉਂਦੀ ਹੈ ਉੱਥੇ, ਜਾਂ ਫਿਰ ਲੈਫਟ ਜਿਹੜੀ ਹੈ ਉਹ ਦੁਬਾਰਾ ਰਿਵਾਈਵ ਹੁੰਦੀ ਹੈ। ਇਹ ਬਹੁਤ ਇੰਪੋਰਟੈਂਟ ਹੈ। ਤਾਂ ਇਸ ਕਰਕੇ ਬਹੁਤ ਲਾਜ਼ਮੀ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ ਪਿਛਲੇ 2 ਦਿਨ ਇਵੈਂਟਸ ਹੋਏ ਆ, ਕੱਲ ਤੁਸੀਂ ਦੇਖਿਆ ਰਮਨ ਕਿ ਮਮਤਾ ਬੈਨਰਜੀ ਦਾ ਜਿਹੜਾ ਉਹਨਾਂ ਤੇ ਹਮਲਾ ਹੁੰਦਾ ਹੈ ਤਾਂ ਉਸ ਨੂੰ ਕਾਪੀ ਮੀਡੀਆ ਵੱਲੋਂ ਕਿਸ ਤਰ੍ਹਾਂ ਪ੍ਰੈਜ਼ੈਂਟ ਕੀਤਾ ਗਿਆ ਹੈ। ਬਹੁਤ ਸਾਰੇ ਚੈਨਲਾਂ ਨੇ ਕਿਹਾ ਕਿ ਡਰਾਮੇਬਾਜ਼ੀ ਹੈ, ਬਹੁਤ ਸਾਰੇ ਨੇ ਕਿਹਾ ਕਿ ਜੇ ਉਹ ਮੰਦਿਰ ਦੇ ਵਿੱਚ ਜਾਂਦੀ ਹੈ ਤਾਂ 2011 ਤੋਂ ਬਾਅਦ ਉਹ ਕਦੇ ਨਹੀਂ ਮੰਦਿਰ ਗਏ ਸੀ ਤਾਂ ਹੁਣ ਉਹ ਮੰਦਿਰ ਕਿਉਂ ਜਾ ਰਹੇ ਹੈ। ਫਿਰ ਉਹਨਾਂ ਦਾ ਉਹ ਬਿਆਨ ਜਿੱਥੇ ਉਹ ਜਿਹੜਾ ਚੰਡੀ ਦਾ ਪਾਠ ਹੈ ਉਹ ਕਰਕੇ ਸੁਣਾਉਂਦੇ ਆ, ਜਾਂ ਫਿਰ ਉਸ ਤੋਂ ਇਲਾਵਾ ਉਹ ਕਹਿੰਦੇ ਆ ਕਿ ਮੈਨੂੰ ਨਾ ਸਿਖਾਓ ਕਿ ਹਿੰਦੂ ਧਰਮ ਕੀ ਹੁੰਦਾ ਹੈ, ਮੈਂ ਵੀ ਬ੍ਰਾਹਮਣ ਦੀ ਧੀ ਹਾਂ। ਤਾਂ ਉਹ ਜਦੋਂ ਇਹਦੀਆਂ ਗੱਲਾਂ ਕਰਦੇ ਆ ਤਾਂ ਦੇਸ਼ ਦਾ ਵੱਡਾ ਹਿੱਸਾ ਜਿਹੜਾ ਇੱਕ ਹੈ ਮੀਡੀਆ ਦਾ, ਉਹ ਟਾਰਗੇਟ ਕਰਦਾ। ਉਹ ਕਹਿੰਦਾ ਕਿ ਹੁਣ ਹਿੰਦੂਇਜ਼ਮ ਦੀ ਗੱਲ ਕਿਉਂ ਹੋ ਰਹੀ ਹੈ। ਤਾਂ ਦੇਖੋ, ਜਦੋਂ ਭਾਜਪਾ ਇਹ ਗੱਲ ਕਰਦੀ ਹੈ ਤਾਂ ਉਹਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ। ਜੇ ਕੋਈ ਹੋਰ ਲੀਡਰ ਦੇਸ਼ ਦਾ ਇਹ ਗੱਲ ਕਰ ਰਿਹਾ, ਪ੍ਰਿਯੰਕਾ ਗਾਂਧੀ ਦੀਆਂ ਤਸਵੀਰਾਂ ਆਈਆਂ ਜਦੋਂ ਉਹਨਾਂ ਨੇ ਡੁਬਕੀ ਲਾਈ ਤਾਂ ਟ੍ਰੋਲ ਕੀਤੇ ਗਏ ਉਹ। ਤਾਂ ਕੀ ਦੇਸ਼ ਦੇ ਵਿੱਚ ਐਸਾ ਮਾਹੌਲ ਹੈ ਜਿੱਥੇ ਹਿੰਦੂ ਵਰਸਸ ਹਿੰਦੂ ਕੀਤਾ ਜਾਊਗਾ, ਜਿੱਥੇ ਇਹ ਕਿਸੇ ਇੱਕ ਧਾਰਮਿਕ ਬੰਦੇ ਨੂੰ, ਕਿਸੇ ਇੱਕ ਵਿਅਕਤੀ ਨੂੰ ਆਪਦੇ ਧਰਮ ਨੂੰ ਪ੍ਰੂਵ ਕਰਨਾ ਪਊਗਾ ਕਿ ਮੈਂ ਵੱਡਾ ਕਿ ਮੈਂ ਛੋਟਾ। ਤਾਂ ਨੈਸ਼ਨਲ ਮੀਡੀਆ ਟਾਰਗੇਟ ਹੈ। ਦੇਸ਼ ਦੇ ਲੋਕਾਂ 'ਚ ਇਹੋ ਜਿਹਾ ਕੋਈ ਮਾਹੌਲ ਨਹੀਂ। ਲੋਕ ਬਹੁਤ ਪਿਆਰ ਤੇ ਮੁਹੱਬਤ 'ਚ ਰਹਿੰਦੇ ਨੇ, ਲੋਕਾਂ ਦੇ ਵਿੱਚ ਆਪਸੀ ਭਾਈਚਾਰਾ ਹੈਗਾ, ਇਸ 'ਚ ਕੋਈ ਦੋ ਰਾਏ ਨਹੀਂ ਹੈ। ਲੇਕਿਨ ਇਸ ਪੂਰੀ ਚੋਣ ਨੂੰ ਜਦੋਂ ਧਰਮ ਦੇ ਐਂਗਲ ਤੋਂ ਦੇਖਿਆ ਗਿਆ, ਅੱਜ ਮੈਂ ਦੇਸ਼ ਦੇ ਵੱਡੇ ਅਖਬਾਰ ਹਿੰਦੁਸਤਾਨ ਟਾਈਮਸ ਦੇ ਵਿੱਚ ਅੱਜ ਬਕਾਇਦਾ ਫਿਗਰਸ ਛਪੀਆਂ ਨੇ ਕਿ ਟੀਐਮਸੀ ਨੇ, ਤ੍ਰਿਣਮੂਲ ਕਾਂਗਰਸ ਮਮਤਾ ਬੈਨਰਜੀ ਦੀ ਪਾਰਟੀ ਹੈ ਰਮਨ, ਉਹਨਾਂ ਨੇ ਕਿਸ ਤਰੀਕੇ ਨਾਲ 2016 ਤੋਂ ਲੈ ਕੇ ਤੇ 21 ਤੱਕ ਜਿਹੜਾ ਮੁਸਲਿਮ ਕੈਂਡੀਡੇਟਸ ਦਾ ਵੋਟ ਬੈਂਕ ਹੈ, ਕਿਉਂਕਿ ਸੈਂਟਰਲ, ਸਾਊਥ ਤੇ ਨਾਰਥ 'ਚ ਬੰਗਾਲ ਵੱਢਿਆ ਜਾਂਦਾ, ਫਿਰ ਹਿਲਸ ਦੇ ਵਿੱਚ ਜਿੱਦਾਂ ਸਾਡੇ ਪੰਜਾਬ ਦੇ ਵਿੱਚ ਹੈ ਕਿ ਮਾਝਾ, ਮਾਲਵਾ ਤੇ ਦੁਆਬਾ। ਤਾਂ
ਤਾਂ ਉਵੇਂ ਬੰਗਾਲ ਜਿਹੜਾ ਉਹ 5 ਹਿੱਸਿਆਂ 'ਚ ਵੰਡਿਆ ਗਿਆ, ਤਾਂ ਉਹਨਾਂ 5 ਹਿੱਸਿਆਂ ਦੀ ਵੱਖਰੇ ਫਿਗਰਸ ਬਕਾਇਦਾ ਦਿੱਤੇ ਗਏ ਕਿ ਕਿਸ ਤਰੀਕੇ ਦੇ ਨਾਲ ਰਿਟੇਨ ਕੀਤਾ ਗਿਆ ਜਿਹੜਾ ਮੁਸਲਿਮ ਜਿਹੜਾ ਵੋਟ ਬੈਂਕ ਹੈ ਉਹ ਵੀ, ਤੇ ਜਿਹੜੇ ਮੁਸਲਿਮ ਉਹਨਾਂ ਦੇ ਕੈਂਡੀਡੇਟਸ ਨੇ ਉਹ ਵੀ। ਤਾਂ ਇਹਨਾਂ ਚੀਜ਼ਾਂ ਦੇ ਬਹੁਤ ਵੱਡੇ ਇੰਪੈਕਟ ਨੇ। ਤਾਂ ਅਸੀਂ ਵਾਪਸ ਆਈਏ ਹੁਣ ਕਿਸਾਨਾਂ ਤੇ। ਜਦੋਂ ਕਿਸਾਨ ਜਥੇਬੰਦੀਆਂ ਕਲਕੱਤੇ, ਨੰਦੀਗ੍ਰਾਮ ਜਾਂ ਬੰਗਾਲ ਦੇ ਹੋਰ ਹਿੱਸਿਆਂ 'ਚ ਰੈਲੀ ਕਰਨਗੀਆਂ, ਮਾਂ ਪੰਚਾਇਤ ਹੋਊਗੀ, ਬਲਬੀਰ ਸਿੰਘ ਰਾਜੇਵਾਲ, ਅਮੀਤ ਸਿੰਘ ਕਾਦੀਆਂ ਉੱਥੇ ਆਪਦੀ ਆਵਾਜ਼ ਰੱਖਣਗੇ, ਤਾਂ 100% ਇਹਦਾ ਇੰਪੈਕਟ ਜ਼ਰੂਰ ਹੋਊਗਾ। ਜੀ ਮਕਰ ਸਾਹਿਬ, ਜਿਹੜੀ ਇੱਕ ਚੀਜ਼ ਹੈਗੀ ਆ, ਕੱਲ ਦਾ ਮਮਤਾ ਬੈਨਰਜੀ ਦੇ ਉੱਤੇ ਹਮਲਾ ਹੋਣਾ, ਤੇ 2-3 ਦਿਨ ਪਹਿਲਾਂ ਅਸੀਂ ਡਿਸਕਸ ਕੀਤੀ ਸੀਗੀ ਕਿ ਉਹਨਾਂ ਨੇ ਇੱਕ ਬਿਆਨ ਦਿੱਤਾ ਸੀਗਾ ਕਿ ਹੋਰ ਜਿੱਥੇ ਹਰ ਨਿੱਕੀ ਵੱਡੀ ਚੀਜ਼ ਦੇ ਉੱਤੇ ਜਿਹੜੇ ਇਸ ਵੇਲੇ ਹਾਕਮ ਧਿਰ ਹੈਗੀ ਆ ਉਹਨਾਂ ਦੇ ਜਿਹੜੇ ਮੁਖੀ ਦਾ ਨਾਮ ਹੈਗਾ, ਜਾਂ ਸਿੱਧਾ ਹੀ ਕਹਿ ਲਈਏ ਕਿ ਮੋਦੀ ਸਾਹਿਬ ਦੇ ਨਾਮ ਦੇ ਉੱਤੇ ਹਰ ਇੱਕ ਚੀਜ਼ ਹੋ ਰਹੀ ਆ। ਤੇ ਉਹ ਕਹਿ ਰਹੇ ਸੀ ਵੀ ਕਿਸੇ ਦਿਨ ਇਹ ਵੀ ਹੋ ਸਕਦਾ ਕਿ ਭਾਰਤ ਦਾ ਨਾਂ ਜਿਹੜਾ ਮੋਦੀ ਸਾਹਿਬ ਦੇ ਨਾਮ ਉੱਤੇ ਹੋ ਜਾਂਦਾ ਕਿ, ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਕੱਲ ਦਾ ਹਮਲਾ ਜਿਹੜਾ ਇੱਕ ਸਾਜ਼ਿਸ਼ ਹੋ ਸਕਦੀ ਹੈ, ਕਿ ਦੋਨਾਂ ਦਾ ਕੋਈ ਲਿੰਕ ਦੇਖ ਸਕਦੇ ਆ, ਕਿ ਹੋ ਸਕਦਾ ਕੋਈ ਦੋਨਾਂ ਚੀਜ਼ਾਂ ਦਾ ਆਪਸ ਦੇ ਵਿੱਚ ਲਿੰਕ ਹੋਵੇ। ਦੇਖੋ ਰਮਨ, ਇਸ ਚੀਜ਼ ਨੂੰ ਪਹਿਲਾਂ ਇਹ ਦੇਖਣਾ ਪਊਗਾ ਕਿ ਮਮਤਾ ਬੈਨਰਜੀ ਦੀ ਸਪੋਰਟ 'ਚ ਸੰਯੁਕਤ ਕਿਸਾਨ ਮੋਰਚਾ ਹੈ ਕਿ ਨਹੀਂ ਹੈ, ਕਿਉਂਕਿ ਬਹੁਤ ਸਾਰੇ ਜਿਹੜੇ ਪੋਲੀਟੀਕਲ ਐਨਾਲਿਸਟ ਨੇ ਉਹ ਇਹ ਮੰਨ ਰਹੇ ਨੇ ਕਿ ਬੰਗਾਲ ਦੇ ਵਿੱਚ ਮੋਦੀ ਵਰਸਸ ਬੀਜੇਪੀ ਵਰਸਸ ਟੀਐਮਸੀ ਦੀ ਫਾਈਟ ਹੈ, ਤਾਂ ਲੈਫਟ ਅਦਰਸ ਜਿਹੜੇ ਉਹ ਫਾਈਟ ਦੇ ਵਿੱਚ ਨਹੀਂ ਹੈਗੇ, ਇਹ ਐਨਾਲਿਸਟ ਮੰਨਦੇ ਨੇ। ਤਾਂ ਕੀ ਕਿਉਂਕਿ ਸੰਯੁਕਤ ਕਿਸਾਨ ਮੋਰਚਾ ਦੇ ਵਿੱਚ ਬਹੁਤ ਸਾਰੇ ਲੈਫਟਿਸਟ ਨੇ, ਸੰਯੁਕਤ ਕਿਸਾਨ ਮੋਰਚਾ ਨੂੰ ਲੈਫਟ ਦੇ ਬਹੁਤ ਸਾਰੇ, ਹਾਲਾਂਕਿ ਅਸੀਂ ਸਿੱਧੇ ਤੌਰ ਤੇ ਦੇਖੀਏ ਤਾਂ ਜੋਗਿੰਦਰ ਸਿੰਘ ਨਿੰਗਰਾਹਾ ਉਹਨਾਂ ਦੀ ਜਥੇਬੰਦੀ, ਉਹਨਾਂ ਦੇ ਨਾਲ ਜੁੜੇ ਹੋਏ ਲੋਕ ਨੇ, ਜਾਂ ਸੰਯੁਕਤ ਕਿਸਾਨ ਮੋਰਚਾ ਦੀ ਸਿੰਘੂ ਦੀ ਸਟੇਜ ਤੇ ਵੀ ਬੋਲਣ ਵਾਲੇ ਬਹੁਤ ਸਾਰੇ ਜਿਹੜੇ ਆਗੂ ਨੇ ਉਹ ਲੈਫਟ ਦੇ ਨਾਲ ਸਿੱਧਾ ਸੰਬੰਧ ਰੱਖਦੇ ਨੇ। ਤਾਂ ਕੀ ਇਹ ਦੇਖਣਾ ਹੋਊਗਾ ਕਿ ਉਹ ਜਾ ਕੇ ਆਪਣੀ ਪਾਰਟੀ ਵਾਸਤੇ ਪ੍ਰਚਾਰ ਕਰਦੇ ਆ, ਜਾਂ ਫਿਰ ਸੰਯੁਕਤ ਕਿਸਾਨ ਮੋਰਚਾ ਦੀ ਜਿਹੜੀ ਹੁਣ ਤੱਕ ਦੀ ਕਾਲ ਹੈ ਹੁਣ ਕੀ ਹੈ ਜੀ? ਹੁਣ ਸਿਰਫ ਇਹ ਕਿਹਾ ਜਾ ਰਿਹਾ ਹੈ ਕਿ ਡੂ ਨਾਟ ਵੋਟ ਫॉर ਮੋਦੀ, ਕਿ ਮੋਦੀ ਨੂੰ ਵੋਟ ਨਾ ਕਰੋ, ਵੋਟ ਨਾ ਕਰੋ। ਜੇ ਤੁਸੀਂ ਕੱਲ ਦੀ ਬੰਗਾਲ ਵਾਲੀ ਜਿਹੜੀ ਸਭਾ ਹੋਈ ਹੈ ਕਿਸਾਨ ਆਗੂਆਂ ਦੀ, ਉਹਦੇ ਜੇ ਪੋਸਟਰ ਦੇਖੋ ਤਾਂ ਉਹ ਇੰਗਲਿਸ਼ ਦੇ ਵਿੱਚ ਤੇ ਬਾਂਗਲਾ ਭਾਸ਼ਾ ਦੇ ਵਿੱਚ ਲਿਖਿਆ ਡੂ ਨਾਟ ਵੋਟ ਫॉर ਬੀਜੇਪੀ, ਡੂ ਨਾਟ ਵੋਟ ਫॉर ਮੋਦੀ। ਤਾਂ ਹੁਣ ਤੱਕ ਉਹ ਕਹਿ ਰਹੇ ਕਿ ਬੀਜੇਪੀ ਤੇ ਮੋਦੀ ਨੂੰ ਵੋਟ ਨਾ ਪਾਓ, ਲੇਕਿਨ ਉਹ ਕਿਸੇ ਪਾਰਟੀ ਦੇ ਹੱਕ 'ਚ ਨਹੀਂ ਆਏ। ਦੂਜੀ ਗੱਲ ਜੀ, ਬਲਬੀਰ ਸਿੰਘ ਰਾਜੇਵਾਲ ਦੀ ਇਹ ਸਟੇਟਮੈਂਟ ਹੈ। ਰਾਜੇਵਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਜਾਂ ਜਿਹੜਾ ਕਿਸਾਨ ਐਜੀਟੇਸ਼ਨ ਹੈ, ਇੱਥੋਂ ਅਸੀਂ ਕਿਸੇ ਪਾਰਟੀ ਨੂੰ ਲਾਹਾ ਨਹੀਂ ਲੈਣ ਦੇਵਾਂਗੇ। ਇਹ ਕਿਸੇ ਪਾਰਟੀ ਦਾ ਮੋਰਚਾ ਨਹੀਂ ਹੈ, ਇਹ ਕਿਸਾਨਾਂ ਦਾ ਮੋਰਚਾ ਹੈ। ਉਹ ਇਹ ਕਲੀਅਰ ਕਰ ਚੁੱਕੇ ਨੇ ਕਿ ਸਿਆਸਤ ਨਹੀਂ ਹੈ। ਤਾਂ ਇਹ ਬਹੁਤ ਇੰਪੋਰਟੈਂਟ ਹੈ ਕਿ ਜਦੋਂ ਸੰਯੁਕਤ ਕਿਸਾਨ ਮੋਰਚਾ ਬੰਗਾਲ 'ਚ ਜਾ ਕੇ ਰੈਲੀ ਕਰਦਾ ਹੈ, ਤਾਂ ਉਸ ਰੈਲੀ ਦੇ ਮਾਇਨੇ, ਉਸ ਮਾਂ ਜਿਹੜੀ ਪੰਚਾਇਤ ਹੈ ਉਹਦੇ ਮਾਇਨੇ ਕੀ ਨੇ? ਪੋਲੀਟੀਕਲ ਮਾਇਨੇ ਨਹੀਂ ਹੈ, ਇਹ ਕਲੀਅਰ ਕੀਤੀ ਹੈ। ਪਰ ਦੇਖਣਾ ਹੋਊਗਾ ਕਿ ਉਹ ਜਿਹੜੇ ਲੋਕ ਉੱਥੇ ਆਉਂਦੇ ਆ ਉਹ ਲੈਫਟਿਸਟ ਨੇ, ਉਹ ਲੈਫਟ ਨੂੰ ਸਪੋਰਟ ਕਰਦੇ ਆ ਜਾਂ ਉਹ ਟੀਐਮਸੀ ਨੂੰ ਸਪੋਰਟ ਕਰਦੇ ਨੇ। ਕੀ ਮਮਤਾ ਬੈਨਰਜੀ ਨੂੰ ਇਹਦਾ ਕੋਈ ਫਾਇਦਾ ਹੈ? ਜੇ ਨਹੀਂ ਹੈ, ਦੇਖੋ ਇਹ ਰਾਈਟ ਹਰੇਕ ਦਾ, ਵੋਟ ਦਾ ਅਧਿਕਾਰ ਹਰੇਕ ਦਾ, ਪਰ ਇਹ ਬਹੁਤ ਇੰਪੋਰਟੈਂਟ ਹੈ ਦੇਖਣਾ ਹੁਣ ਕਿ ਕੀ ਜਿਹੜੇ ਮੋਦੀ ਦੇ ਅਗੇਂਸਟ ਵੇਵ ਹੈ, ਕਿਉਂਕਿ ਜੇ ਮੋਦੀ ਵਰਸਸ ਮਮਤਾ ਬੈਨਰਜੀ ਹੈ ਔਰ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਦੇ ਉੱਤੇ ਲੋਕ ਜੇ ਲੈਫਟ ਨੂੰ ਵੋਟ ਕਰਦੇ ਆ ਤੇ ਉਹਦਾ ਟੀਐਮਸੀ ਨੂੰ ਇੰਪੈਕਟ ਨੈਗੇਟਿਵ ਜਾਂਦਾ ਹੈ, ਉਹਦਾ ਵੋਟ ਸ਼ੇਅਰ ਘਟਦਾ ਹੈ, ਤਾਂ ਕਿਤੇ ਨਾ ਕਿਤੇ ਬੀਜੇਪੀ ਦਾ ਫਾਇਦਾ ਵੀ ਹੋ ਸਕਦਾ। ਤਾਂ ਇਹ ਕੈਲਕੂਲੇਸ਼ਨਸ ਨੇ, ਔਰ ਸਿਆਸਤ 'ਚ ਕੈਲਕੂਲੇਸ਼ਨਸ ਹੁੰਦੀਆਂ। ਬਤੌਰ ਜਰਨਲਿਸਟ ਤੁਸੀਂ ਇਹ ਸਾਰੀਆਂ ਚੀਜ਼ਾਂ ਦੇਖਦੇ ਹੋ, ਕਿ ਤੁਸੀਂ ਐਨਾਲਾਈਜ਼ ਕਰਦੇ ਹੋ, ਇਹ ਕੈਲਕੂਲੇਸ਼ਨਸ ਦੇਖਦੇ ਹੋ ਤੁਸੀਂ, ਔਰ ਇਹ ਬਹੁਤ ਕਲੀਅਰਲੀ ਹੋਣਾ। ਇਹ ਪਹਿਲਾਂ ਦਾ ਜ਼ਮਾਨਾ ਨਹੀਂ ਹੈ ਕਿ ਜਦੋਂ ਜਰਨਲਿਸਟਿਕ ਐਥਿਕਸ ਤੇ ਕਿਹਾ ਜਾਂਦਾ ਸੀਗਾ ਕਿ ਸਿਆਸਤ ਨੂੰ ਧਰਮ ਦੇ ਆਧਾਰ ਤੇ ਨਹੀਂ ਦੇਖਣਾ। ਹੁਣ ਤਾਂ ਪੱਤਰਕਾਰੀ ਵੀ ਖੁੱਲ ਗਈ ਦੇਸ਼ ਦੀ, ਉਹ ਸਿੱਧੇ ਤੌਰ ਦੇ ਉੱਤੇ ਧਰਮ ਦੇ ਆਧਾਰ ਤੇ ਸੀਟਾਂ ਨੂੰ, ਧਰਮ ਦੇ ਆਧਾਰ ਤੇ ਸਿਆਸਤ ਨੂੰ ਦੇਖਦੀ ਹੈ। ਜੇ ਵੱਡੇ ਅਖਬਾਰ, ਮੈਂ ਜ਼ਿਕਰ ਕੀਤਾ ਕਿ ਹਿੰਦੁਸਤਾਨ ਟਾਈਮਸ ਨੇ ਅੱਜ ਲਿਖਿਆ ਕਿ ਕਿੰਨੇ ਪਰਸੈਂਟ, 4 ਚਾਰਟ ਉਹਨਾਂ ਨੇ ਬਕਾਇਦਾ ਦਿੱਤੇ ਕਿ ਕਿੰਨੇ ਪਰਸੈਂਟ ਵੋਟ ਬੈਂਕ ਜਿਹੜਾ ਮੁਸਲਿਮ ਹੈ ਔਰ ਉਹ ਕੈਂਡੀਡੇਟਸ ਦੀ ਰਿਟੈਂਸ਼ਨ ਕਿੰਨੀ ਕੀਤੀ ਗਈ ਹੈ। ਤਾਂ ਇਹ ਬਹੁਤ ਕਲੀਅਰ ਹੈ ਕਿ ਹੁਣ ਚੀਜ਼ਾਂ ਇਸ ਤਰ੍ਹਾਂ ਦੇਸ਼ ਦੀਆਂ ਚੱਲਦੀਆਂ ਨੇ, ਤਾਂ ਉਹਨੂੰ ਰਿਪੋਰਟ ਵੀ ਉਸੇ ਤਰੀਕੇ ਨਾਲ ਕਰਨਾ ਪੈਣਾ ਜੀ। ਸਰ, ਤੁਹਾਡੇ ਸੀਮਤ ਸਮੇਂ ਨੂੰ ਦੇਖਦੇ ਹੋਏ ਮੈਂ ਸਿਰਫ ਇੱਕ ਲਾਸਟ ਰਿਐਕਸ਼ਨ ਚਾਹੁੰਦੀ ਆ ਕਿ 4 ਜਿਹੜੇ ਮਹੀਨੇ ਹੋ ਜਾਣੇ ਆ ਹੁਣ 26 ਨੂੰ, ਤੇ ਜਿਹੜਾ ਲਗਾਤਾਰ ਕਿਹਾ ਜਾ ਰਿਹਾ ਸੀਗਾ ਕਿਸਾਨ ਆਗੂਆਂ ਦੇ ਵੱਲੋਂ ਕਿ ਠੋਸ ਕਦਮ ਚੱਕੇ ਜਾਣਗੇ, ਕਿ ਉਹ ਅਲੱਗ-ਅਲੱਗ ਸਟੇਟਸ ਤੱਕ ਜਿਸ ਤਰੀਕੇ ਨਾਲ ਹੁਣ ਪਹੁੰਚ ਕੀਤੀ ਜਾ ਰਹੀ ਹੈ ਬੰਗਾਲ ਤੱਕ, ਉਹਦੇ ਤੱਕ ਹੀ ਸੀਮਤ ਰਹੂਗਾ, ਜਾਂ ਕੁਝ ਹੋਰ ਜਿਹੜਾ ਅੰਦੇਸ਼ੇ ਤੁਹਾਨੂੰ ਨਜ਼ਰ ਆਉਂਦੇ ਆ ਕਿ ਕੁਝ ਹੋਰ ਜਿਹੜੇ ਆ ਇਹਦੇ ਨਾਲ ਜੁੜਵੇਂ ਕੋਈ ਠੋਸ ਕਦਮ ਚੱਕੇ ਜਾਣਗੇ ਭਵਿੱਖ ਦੇ ਵਿੱਚ? ਦੇਖੋ, ਮੈਨੂੰ ਲੱਗਦਾ ਹੈ ਕਿ ਕੇਰਲਾ ਇੱਕ ਸਟੇਟ ਹੈ, ਤਮਿਲਨਾਡੂ ਦੇ ਵਿੱਚ ਬਹੁਤ ਸਾਰੇ, ਕਿਉਂਕਿ ਜਥੇਬੰਦੀਆਂ ਦੇ ਲਿੰਕਸ ਵੀ ਤਾਂ ਹੁੰਦੇ ਨਾ, ਇਹ ਨਹੀਂ ਹੁੰਦਾ ਕਿ ਜਾ ਕੇ ਉੱਥੇ ਅਨਾਉਂਸ ਕਰ ਦਿਓ ਕਿ ਅਸੀਂ
ਮਾਂ ਪੰਚਾਇਤ ਕਰਨੀ ਹੈ ਜਾਂ ਰੈਲੀ ਕਰਨੀ ਹੈ, ਤੁਹਾਡੇ ਕੋਲ ਉੱਥੇ ਬੇਸ ਚਾਹੀਦਾ, ਤੁਹਾਡੇ ਕੋਲ ਲੋਕ ਚਾਹੀਦੇ ਨੇ ਜੋ ਤੁਹਾਨੂੰ ਆ ਕੇ ਸੁਣਨਗੇ, ਕਿਉਂਕਿ ਬੰਗਾਲ ਦੇ ਜਾਂ ਤਮਿਲਨਾਡੂ ਦੇ ਜਾਂ ਕੇਰਲਾ ਦੇ ਘੱਟ ਲੀਡਰ ਸ਼ਾਮਲ ਹੋਏ ਇਸ ਐਜੀਟੇਸ਼ਨ ਦੇ ਵਿੱਚ। ਪੰਜਾਬ, ਹਰਿਆਣਾ ਜਾਂ ਨਾਰਥ ਜ਼ਿਆਦਾ ਮੋਹਰੀ ਰਿਹਾ ਹੈ। ਤਾਂ ਜਿੱਥੇ ਜਿੱਥੇ ਸੰਯੁਕਤ ਕਿਸਾਨ ਮੋਰਚਾ ਪਲਾਨ ਕਰੂਗਾ, ਉਹ ਪੱਕੇ ਤੌਰ ਤੇ ਪੱਕੇ ਪੈਰੀ ਹੱਥ ਪਾ ਕੇ ਹੀ ਪਲਾਨ ਕਰੂਗਾ। ਔਰ ਬੰਗਾਲ ਦੇ ਵਿੱਚ ਮੈਨੂੰ ਲੱਗਦਾ ਕਿ ਅਗਲੇ 2 ਦਿਨ ਬਹੁਤ ਇੰਪੋਰਟੈਂਟ ਭਾਰਤ ਵਾਸਤੇ, ਕਿਸਾਨਾਂ ਵਾਸਤੇ ਤੇ ਬੀਜੇਪੀ TMC ਵਾਸਤੇ ਹੋਣਗੇ। ਜੀ ਸ਼ੁਕਰੀਆ ਸਰ ਗੱਲਬਾਤ ਕਰਨ ਦੇ ਲਈ, ਤੁਹਾਡੀ ਸਫ਼ਰ ਦੇ ਲਈ ਤੁਹਾਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ, ਤੇ ਤੁਸੀਂ ਵੀ ਦੇਖਦੇ ਰਹੋ ਔਨ ਏਅਰ। ਮਿਲਦੇ ਹਾਂ ਜਲਦੀ।